ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਇਸ ਸਟੂਡੀਓ ਦੇ ਵਿੱਚ, ਇਸ ਖਾਸ ਸ਼ੋਅ ਦੇ ਵਿੱਚ ਜਿਹਨੂੰ ਅਸੀਂ ਲੈ ਕੇ ਹਰ ਰੋਜ਼ ਹਾਜ਼ਰ ਹੁੰਦੇ ਹਾਂ ਕੁਝ ਨਵੀਂ ਜਾਣਕਾਰੀਆਂ ਦੇ ਨਾਲ, ਕੁਝ ਨਵੇਂ ਅਪਡੇਟਸ ਦੇ ਨਾਲ, ਕੁਝ ਨਵੇਂ ਮੁਲਕ, ਉਹਨਾਂ ਮੁਲਕਾਂ ਦੇ ਵਿੱਚ ਆਪਸ਼ਨ ਕੀ ਹੈ ਪੰਜਾਬ ਦੇ ਬੱਚਿਆਂ ਲਈ। ਅੱਜ ਤਾਜ਼ਾ ਹਾਲਾਤਾਂ 'ਤੇ ਗੱਲਬਾਤ ਕਰਨ ਲਈ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਵੀਜ਼ਾ ਮਾਹਰ JP ਸਿੰਘ ਹੁਣਾਂ ਨੂੰ ਸਟੂਡੀਓ ਵਿੱਚ ਅਸੀਂ ਇਨਵਾਈਟ ਕੀਤਾ ਹੈ। ਸੋ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਆਫਿਸ ਤੇ ਜਲੰਧਰ ਆਫਿਸ ਦੇ ਵਿੱਚ ਹਜ਼ਾਰਾਂ ਬੱਚਿਆਂ ਨੂੰ ਅੱਜ ਸਟੱਡੀ ਵੀਜ਼ਾ ਤੇ ਵੱਖ-ਵੱਖ ਮੁਲਕਾਂ ਦੇ ਵਿੱਚ ਭੇਜ ਚੁੱਕੇ ਨੇ। ਸੋ ਸਵਾਗਤ ਕਰ ਲੈਂਦੇ ਸਭ ਤੋਂ ਪਹਿਲਾਂ JP ਸਿੰਘ ਹੁਣਾਂ ਦਾ, ਤੋਂ ਬਾਅਦ ਸਵਾਲ ਜਵਾਬ ਸ਼ੁਰੂ ਕਰਾਂਗੇ। JP ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। थैंक यू मनीष जी और तमाम शो देख रहे दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ JP ਸਿੰਘ ਜੀ, ਕੈਨੇਡਾ ਦੀ ਗੱਲ ਅਸੀਂ ਹਰ ਵਾਰ ਕਰਦੇ ਹਾਂ, ਪਰ ਪਿਛਲੇ ਮਹੀਨੇ ਤੋਂ ਗੱਲ ਕਰ ਲਈਏ ਤਾਂ ਯੂਰਪ ਜਾਣ ਵਾਲੇ ਬੱਚੇ ਦੀ ਇਨਕੁਆਇਰੀਜ਼ ਬਹੁਤ ਜ਼ਿਆਦਾ ਵੱਧ ਗਈਆਂ। ਪ੍ਰਮੋਸ਼ਨਸ ਵੀ ਵੱਧ ਗਈਆਂ ਨੇ, ਯੂਰਪ ਵੀਜ਼ੇ ਵੀ ਦੇ ਰਿਹਾ ਹੈ। ਬੱਚਿਆਂ ਦੇ ਪਹੁੰਚਣ ਤੋਂ ਬਾਅਦ ਵੀਡੀਓ ਕੋਈ ਸਾਹਮਣੇ ਆਈਆਂ ਕਿ ਬੱਚੇ ਯੂਰਪ ਪਹੁੰਚ ਕੇ ਬਹੁਤ ਕੁਝ ਹੈ। ਐਸੇ ਬੱਚੇ ਵੀ ਯੂਰਪ ਪਹੁੰਚ ਗਏ ਜਿਨ੍ਹਾਂ ਨੇ ਉਮੀਦ ਨਹੀਂ ਰੱਖੀ ਸੀ ਕਿ ਅਸੀਂ ਕਦੀ ਬਾਹਰ ਜਾ ਪਾਵਾਂਗੇ। ਸੋ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਕੀ ਯੂਰਪੀਅਨ ਕੰਟਰੀਜ਼ ਦੇ ਨਾਲ ਡੀਲ ਕਰਦੀ ਹੈ, ਕੀ ਸ਼ੈਂਗਨ ਕੰਟਰੀਜ਼ ਨਾਲ ਡੀਲ ਕਰਦੀ ਹੈ? ਜੇ ਕਰਦੀ ਹੈ ਤੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਇੱਥੇ ਸਾਨੂੰ। ਸੋ ਮਨੀਸ਼ ਜੀ, ਜਿਹੜੇ ਵੀ ਸਟੂਡੈਂਟ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਜਾਣਾ ਚਾਹੁੰਦੇ ਸੀ ਉਹਨਾਂ ਦਾ ਸਟੱਡੀ ਦੇ ਵਿੱਚ ਗੈਪ ਪੈ ਚੁੱਕਾ ਸੀ। ਸੋ ਅੱਜ ਤੋਂ 10 ਸਾਲ ਪਹਿਲਾਂ ਸ਼ਾਇਦ ਸਟੂਡੈਂਟ ਕੋਲ ਪੈਸਾ ਨਹੀਂ ਸੀ, ਅੱਜ ਉਹਦੇ ਕੋਲ ਪੈਸਾ ਆ ਗਿਆ ਹੈ ਤੇ ਉਹਦੀ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਗੈਪ ਪੈ ਚੁੱਕਾ। ਜਿਹੜੇ ਮੇਨ ਕੰਟਰੀਆਂ ਹੈਗੀਆਂ ਆਸਟ੍ਰੇਲੀਆ, ਕੈਨੇਡਾ ਦੀ ਗੱਲ ਕਰੀਏ ਤੇ ਉਹ ਇੰਨੇ ਜ਼ਿਆਦਾ ਗੈਪ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਨਹੀਂ ਦਿੰਦੀਆਂ। ਸੋ ਯੂਰਪ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਉਹ ਬੱਚਿਆਂ ਨੂੰ ਅਸੈਪਟ ਕਰ ਰਿਹਾ, ਜਿਨ੍ਹਾਂ ਦਾ ਸਟੱਡੀ ਦੇ ਵਿੱਚ 10 ਤੋਂ 15 ਸਾਲ ਦਾ ਗੈਪ ਪੈ ਚੁੱਕਾ। ਉਮਰ 18 ਤੋਂ 40 ਸਾਲ ਆ। ਜੇਕਰ ਤੁਸੀਂ +2 ਪਾਸ ਹੋ, ਤੁਹਾਡਾ 10 ਤੋਂ 15 ਸਾਲ ਦਾ ਗੈਪ ਆ, ਉਮਰ 18 ਤੋਂ 40 ਸਾਲ ਆ, ਵਿਆਹੇ ਹੋ ਜਾਂ ਕੁਆਰੇ ਹੋ, ਆ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਜਾਣਾ ਚਾਹੁੰਦੇ, ਖਾਸ ਤੌਰ ਤੇ ਯੂਰਪ, ਯੂਕਰੇਨ ਦੇ ਵਿੱਚ ਪੜ੍ਹਾਈ ਕਰਨ ਜਾਣਾ ਚਾਹੁੰਦੇ ਤੇ ਸਿਰਫ 1,85,000 ਰੁਪਈਆ ਇੱਕ ਸਾਲ ਦੀ ਫੀਸ ਦੇ ਕੇ ਤੁਸੀਂ ਵੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਸਕਦੇ ਹੋ। ਜੇਕਰ ਮੈਂ ਯੂਕਰੇਨ ਦੀ ਗੱਲ ਕਰਾਂ ਤੇ ਯੂਕਰੇਨ ਜਿਹੜਾ ਉਹ ਯੂਰਪੀਅਨ ਯੂਨੀਅਨ ਦਾ ਪਾਰਟ ਹੈਗਾ। ਸੋ ਤੁਸੀਂ ਇੱਥੇ ਪੜ੍ਹ ਕੇ ਕੁਝ ਸਮੇਂ ਬਾਅਦ TRP ਕਾਰਡ ਜਦੋਂ ਇਸ਼ੂ ਹੋ ਜਾਂਦਾ ਹੈ, ਤੁਸੀਂ ਯੂਨੀਵਰਸਿਟੀ ਤੋਂ ਜਿਹੜੀ ਆ ਉਹ ਲੀਵ ਲੈਟਰ ਲੈ ਕੇ ਤੁਸੀਂ ਗਵਾਂਢੀ ਮੁਲਕਾਂ ਦੇ ਵਿੱਚ ਵੀ ਜਾ ਸਕਦੇ ਹੋ। ਪੋਲੈਂਡ ਜਾ ਸਕਦੇ ਹੋ, ਸਪੇਨ ਜਾ ਸਕਦੇ ਹੋ, ਜਰਮਨੀ ਜਾ ਸਕਦੇ ਹੋ, ਪੁਰਤਗਾਲ ਜਾ ਸਕਦੇ ਹੋ। ਅੱਜ ਜਿਨ੍ਹਾਂ ਬੱਚਿਆਂ ਦਾ ਸਟੱਡੀ ਦੇ ਵਿੱਚ 10 ਤੋਂ 15 ਸਾਲ ਦਾ ਗੈਪ ਪੈ ਚੁੱਕਾ ਹੈ, ਮਨ ਦੇ ਵਿੱਚ ਵਿਦੇਸ਼ ਦੇ ਵਿੱਚ ਸੈਟਲ ਹੋਣ ਦੀ ਇੱਛਾ ਹੈ, ਬਟ ਲੰਬਾ ਗੈਪ ਅੜਚਨ ਪੈਦਾ ਕਰ ਰਿਹਾ। ਤੁਹਾਡੀ ਇਸ ਸਮੱਸਿਆ ਦਾ ਹੱਲ ਜਿਹੜਾ ਉਹ ਅਸੀਂ ਕਰਾਂਗੇ। ਤੁਸੀਂ ਵੀ ਯੂਰਪ ਦਾ ਵੀਜ਼ਾ ਲੈ ਸਕਦੇ ਹੋ। 1,85,000 ਰੁਪਏ ਇੱਕ ਸਾਲ ਦੀ ਫੀਸ ਦੇ ਕੇ ਜਾ ਸਕਦੇ ਹੋ ਔਰ ਇਹ ਫੀਸ ਜਿਹੜੀ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ। ਸੋ ਇਹੀ ਚੀਜ਼ਾਂ ਮਾਰਕੀਟ ਦੇ ਵਿੱਚ ਮਨੀਸ਼ ਜੀ, ਜਿਹੜੀ ਚੀਜ਼ 1,85,000 ਰੁਪਏ ਦੀ ਆ, ਸੋ ਉਹਨੂੰ ਲੋਕ 4-4 ਲੱਖ ਰੁਪਈਆ, 3.5 ਲੱਖ ਰੁਪਏ ਚਾਰਜ ਕਰਕੇ ਪ੍ਰਮੋਟ ਕਰ ਰਹੇ। ਸੋ ਸ਼ੋਅ ਦਾ ਕਰਨ ਦਾ ਮਕਸਦ ਕੀ ਸੀ ਕਿ ਯੂਕਰੇਨ ਦੇ ਵਿੱਚ ਐਜੂਕੇਸ਼ਨ ਜਿਹੜੀ ਉਹ ਬਹੁਤ ਹੀ ਸਸਤੀ ਹੈਗੀ ਆ, ਕਿਉਂਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਗਵਰਨਮੈਂਟ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਲਗਭਗ 90% ਸਕਾਲਰਸ਼ਿਪ ਦਿੰਦੀਆਂ, ਤਾਂ ਕਿ ਫੀਸ ਜਿਹੜੀ ਆ ਉਹ ਬਹੁਤ ਹੀ ਘੱਟ ਹੈਗੀ ਆ। ਦੂਸਰਾ, ਜਿਹੜੇ ਬੱਚੇ ਮੈਰਿਡ ਨੇ ਉਹਨਾਂ ਲਈ ਬਹੁਤ ਵੱਡਾ ਸਕੋਪ ਹੈ ਉੱਥੇ ਸੈਟਲਮੈਂਟ ਹੋਣ ਦਾ। ਸੋ ਜਿਹੜੇ ਬੱਚੇ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ, ਬਹੁਤ ਜਲਦੀ ਉੱਥੋਂ ਦੀ ਤੁਸੀਂ ਨਾਗਰਿਕਤਾ ਹਾਸਲ ਕਰ ਸਕਦੇ ਹੋ। ਇਹ ਸਾਰੀਆਂ ਦੀ ਸਾਰੀ ਜਾਣਕਾਰੀ ਇਹਦੇ ਕਿੱਦਾਂ ਸੈਟਲ ਹੋਇਆ ਜਾ ਸਕਦਾ ਹੈ, ਕੀ ਬੈਨੀਫਿਟ ਨੇ ਇੱਥੋਂ ਦੀ ਐਜੂਕੇਸ਼ਨ ਤੇ ਲਗਾਤਾਰ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ 9217 41111 9217 31111। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਅਪੁਆਇੰਟਮੈਂਟ ਫਿਕਸ ਕਰਕੇ ਅੰਮ੍ਰਿਤਸਰ ਤੇ ਜਲੰਧਰ ਦਫ਼ਤਰ ਦੇ ਵਿੱਚ ਮਿਲ ਸਕਦੇ ਹੋ। ਸੋ ਮੰਗਲਵਾਰ ਤੇ ਸ਼ੁੱਕਰਵਾਰ ਮੈਂ ਜਲੰਧਰ ਆਫਿਸ ਦੇ ਵਿੱਚ ਹੁੰਨਾ ਔਰ ਬਾਕੀ ਦਿਨ ਅੰਮ੍ਰਿਤਸਰ ਆਫਿਸ ਦੇ ਵਿੱਚ ਤੁਸੀਂ ਮੈਨੂੰ ਮਿਲ ਸਕਦੇ ਹੋ। ਸੋ ਮੇਰੇ ਬਾਅਦ ਵੀ ਮੇਰੀ ਦੁਬਾਰਾ ਤਿਆਰ ਕੀਤੀ ਗਈ ਟੀਮ, ਜਿਹੜੀ ਐਕਸਪਰਟ ਟੀਮ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਜਾਣਕਾਰੀ ਦਿੰਨਾ, ਇਸੇ ਤਰ੍ਹਾਂ ਹੀ ਮੇਰੀ ਟੀਮ ਵੀ ਤੁਹਾਨੂੰ ਜਾਣਕਾਰੀ ਦੇਊਗੀ। ਤੁਸੀਂ ਜਲੰਧਰ ਆਫਿਸ ਦੇ ਵਿੱਚ ਵੀ ਸਾਡੀ ਟੀਮ ਨੂੰ ਔਰ ਅੰਮ੍ਰਿਤਸਰ ਆਫਿਸ 'ਚ ਵੀ ਟੀਮ ਨੂੰ ਮਿਲ ਸਕਦੇ ਹੋ। ਔਰ ਦੂਸਰਾ, ਇਹਦੇ ਵਿੱਚ ਕਿਸੇ ਵੀ ਪੈਸੇ ਦਾ ਰਿਸਕ ਨਹੀਂ ਹੈਗਾ। ਬਹੁਤ ਸਾਰੇ ਕੰਸਲਟੈਂਟ ਆਫਰ ਲੈਟਰ ਦੇ ਨਾਮ ਤੇ ਪਹਿਲਾਂ ਪੈਸੇ ਲੈਂਦੇ, ਐਮਬੈਸੀ ਫੀਸ ਵੀ ਅਸੀਂ ਦੇਵਾਂਗੇ। ਸਿਰਫ ਤੁਸੀਂ ਜਦੋਂ ਵੀਜ਼ਾ ਲੱਗੇਗਾ ਯੂਨੀਵਰਸਿਟੀ ਦੀ ਫੀਸ 1,85,000 ਰੁਪਏ ਦੇਣੀ ਹੈਗੀ ਆ ਔਰ ਇਹ ਗਵਰਨਮੈਂਟ ਯੂਨੀਵਰਸਿਟੀ, ਕੋਈ ਪ੍ਰਾਈਵੇਟ ਕਾਲਜ ਨਹੀਂ ਹੈਗਾ। ਜੇਕਰ ਇੱਥੇ ਆਪਾਂ ਸੈਟਲਮੈਂਟ ਦੀ ਗੱਲ ਕਰੀਏ ਤੇ ਇਹ ਕੰਟਰੀ ਜਿਹੜੀ ਹੈਗੀ ਇਹਦੇ 'ਚ ਸੈਟਲਮੈਂਟ ਬੜੀ ਈਜ਼ੀ ਹੈਗੀ। ਅੱਛਾ JP ਸਿੰਘ ਜੀ, ਇੱਕ ਚੀਜ਼ ਮੈਨੂੰ ਦੱਸੋ, ਤੁਹਾਡੀ ਗੱਲਾਂ ਤੋਂ ਯਾਦ ਆਇਆ ਕਿ
ਪੰਜਾਬ ਤੋਂ ਬਹੁਤੇ ਬੱਚੇ ਐਸੇ ਵੀ ਆ ਜਿਹੜੇ ਯੂਕਰੇਨ ਸਪੈਸ਼ਲ ਇਸੇ ਕੰਮ ਲਈ ਜਾਂਦੇ ਆ ਕਿ ਉੱਥੇ ਜਾ ਕੇ MBBS ਕੀਤੀ ਜਾਵੇ। ਸੋ ਜੇ ਇੱਕ MBBS ਇੱਕ ਬੜਾ ਰਿਪਿਊਟਡ ਜੌਬ ਆ, ਇੱਕ ਰਿਪਿਊਟਡ ਪ੍ਰੋਫੈਸ਼ਨ ਆ, ਇੱਕ ਪੜ੍ਹਿਆ ਲਿਖਿਆ ਪ੍ਰੋਫੈਸ਼ਨ ਆ, ਅਗਰ ਉਸ ਲੈਵਲ ਦੇ ਲੋਕ ਯੂਕਰੇਨ MBBS ਕਰਨ ਜਾਂਦੇ ਆ ਦੈਟ ਮੀਨਸ ਮੁਲਕ ਬਹੁਤ ਖੂਬਸੂਰਤ ਹੋਊਗਾ। ਹਾਂਜੀ, ਸੋ ਇਹ ਜਿਹੜਾ ਮੁਲਕ ਹੈਗਾ ਯੂਰਪ ਦਾ ਇੱਕ ਪਾਰਟ ਹੈਗਾ, ਰਸ਼ੀਆ ਦੇ ਬਿਲਕੁਲ ਨਾਲ ਹੈਗਾ। ਸੋ ਇੱਥੇ ਬਹੁਤ ਹੀ ਖੂਬਸੂਰਤ ਕੰਟਰੀ ਹੈਗੀ ਆ। ਸੋ ਬੱਚੇ ਜੇ ਆਪਾਂ ਸੈਟਲਮੈਂਟ ਦੇ ਲਿਹਾਜ਼ ਦੇ ਨਾਲ ਉੱਥੇ ਜਾਣਗੇ ਤੇ ਬਹੁਤ ਈਜ਼ੀ ਸੈਟਲਮੈਂਟ ਹੈਗੀ ਆ। ਅੱਜ ਦੇਖੋ ਹਰ ਇੱਕ ਬੱਚਾ ਜਿਹੜਾ ਜੇ ਇੱਥੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਇੱਥੇ BA MA ਪਾਸ ਬੱਚਾ ਵੀ 10 ਤੋਂ 15,000 ਰੁਪਈਆ ਕਮਾ ਰਿਹਾ। ਜੇਕਰ ਤੁਸੀਂ ਉੱਥੇ ਪੜ੍ਹ ਕੇ ਸੈਟਲ ਹੁੰਦੇ ਹੋ ਸੋ ਤੁਹਾਨੂੰ ਘੱਟੋ ਘੱਟ ਵੀ 70-80 ਹਜ਼ਾਰ ਰੁਪਇਆ ਮਹੀਨੇ ਦੀ ਜੌਬ ਤੇ ਮਿਲਦੀ ਆ। ਅੱਜ ਦੇਖੋ ਅਸੀਂ ਸਰਕਾਰੀ ਨੌਕਰੀ ਲੈਣ ਲਈ ਵੀ ਆਪਾਂ ਲੱਖਾਂ ਰੁਪਈਏ ਦੇਣ ਲਈ ਤਿਆਰ ਆ। ਸੋ ਉੱਥੇ ਅੱਜ ਤਨਖਾਹ ਕਿੰਨੀ ਹੈ? ਕਿਉਂਕਿ ਗਵਰਨਮੈਂਟ ਨੇ ਜਿਹੜਾ ਪੈਨਸ਼ਨ ਦਾ ਪਲਾਨ ਉਹਨੂੰ ਸਟਾਪ ਕਰ ਦਿੱਤਾ। ਅੱਜ ਜੇ ਕਿਸੇ ਵੀ ਨੌਜਵਾਨ ਨੂੰ ਸਰਕਾਰੀ ਜੌਬ ਮਿਲਦੀ ਹੈ ਤਾਂ ਸਿਰਫ ਤਨਖਾਹ ਹੀ ਮਿਲਣੀ ਹੈ। ਸੋ ਅੱਜ ਇੱਕ ਗਵਰਨਮੈਂਟ EMPLOYE ਜਿਹਨੂੰ ਅੱਜ ਦੀ ਡੇਟ ਦੇ ਵਿੱਚ ਜੌਬ ਮਿਲਦੀ ਉਹਦੀ ਸੈਲਰੀ ਕਿੰਨੀ ਹੈ? 25 ਤੋਂ 30 ਹਜ਼ਾਰ ਰੁਪਈਆ ਮੈਕਸੀਮਮ, ਉਹ ਵੀ ਉਹਦੀ ਚੰਗੀ ਜਿਹੜੀ ਹੈਗੀ ਹੈ ਪੋਸਟ ਹੋਵੇ। ਹੁਣ ਇਹੀ ਅੱਜ ਬੰਦਾ, ਹਰ ਇੱਕ ਬੰਦਾ ਚਾਹੇ ਗਵਰਨਮੈਂਟ ਜੌਬ ਹੋਵੇ ਪ੍ਰਾਈਵੇਟ ਜੌਬ ਹੋਵੇ, ਹਰ ਇੱਕ ਦਾ ਮਕਸਦ ਹੈ ਚੰਗੀ ਅਰਨਿੰਗ। ਤੇ ਮੈਂ ਸਮਝਦਾ ਮਨੀਸ਼ ਜੀ ਜੇ 1,85,000 ਰੁਪਈਆ ਦੇ ਕੇ ਤੁਹਾਡਾ ਫਿਊਚਰ ਸਵਰ ਰਿਹਾ ਹੈ, ਉਹ 1,85,000 ਰੁਪਇਆ ਖਰਚ ਕੇ ਤੁਸੀਂ ਮਹੀਨੇ ਦੇ 70-80 ਹਜ਼ਾਰ ਰੁਪਈਆ ਕਮਾਉਣ ਦੇ ਕਾਬਲ ਬਣ ਜਾਓਗੇ ਤੇ ਇਸ ਤੋਂ ਵਧੀਆ ਤੇ ਮੈਂ ਸਮਝਦਾ ਕੋਈ ਕੰਟਰੀ ਨਹੀਂ ਹੈ। ਪਰ JP ਸਿੰਘ ਜੀ ਇੱਕ ਚੀਜ਼ ਮੈਨੂੰ ਹੋਰ ਦੱਸੋ, ਜਿੰਨੀਆਂ ਤੁਸੀਂ ਗੱਲਾਂ ਕਰਦੇ ਪਏ ਹੋ ਕਿ ਯੂਰਪ ਚਲ ਜਾਓ, ਅੱਜ ਤੋਂ ਅਸੀਂ 6 ਮਹੀਨੇ ਪਿੱਛੇ ਚੱਲ ਜਾਈਏ, 6 ਮਹੀਨੇ ਛੱਡੋ ਸਾਲ ਪਿੱਛੇ ਚੱਲ ਜਾਈਏ, ਜਦੋਂ ਕੋਵਿਡ ਤੋਂ ਪਹਿਲਾਂ ਦੀ ਗੱਲ ਕਰ ਲਈਏ। ਪੰਜਾਬ 'ਚ ਬਹੁਤ ਤਰ੍ਹਾਂ ਦੇ ਕੰਸਲਟੈਂਟ ਮੇਰੇ ਕੋਲ ਇਸੇ ਸਟੂਡੀਓ 'ਚ ਆਉਂਦੇ ਸੀ, ਇਸੇ ਮੰਚ 'ਤੇ ਇਸੇ ਕੁਰਸੀ 'ਤੇ ਬਹਿ ਕੇ ਅਸੀਂ ਗੱਲਾਂ ਕੀਤੀਆਂ ਕਿ ਅਸੀਂ ਯੂਰਪ ਜਾਣਾ ਹੈ, ਅਸੀਂ ਸਾਈਪਰਸ ਚਲੇ ਜਾਓ। ਸੋ ਸਾਈਪਰਸ ਦੇ ਲਈ ਕੀ ਹੈ ਕਿ ਜਿੰਨਾ ਮਰਜ਼ੀ ਗੈਪ ਹੋ ਜੇ, ਆਈਲੈਟਸ ਦੀ ਲੋੜ ਨਹੀਂ ਆ, ਵੀਜ਼ਾ 100% ਮਿਲ ਜਾਂਦਾ ਹੈ। ਪਰ ਸਾਈਪਰਸ 'ਚ ਸਮੱਸਿਆ ਕੀ ਸੀ ਕਿ ਜਦੋਂ ਵੀਜ਼ਾ ਅਪਲਾਈ ਕਰਦਾ ਸੀ ਬੱਚਾ ਤੇ ਘੱਟੋ ਘੱਟ 5-6-7 ਮਹੀਨੇ ਵੇਟ ਕਰਨੀ ਪੈਂਦੀ ਸੀ ਬੱਚੇ ਨੂੰ। ਜਦੋਂ ਬੱਚੇ ਦਾ ਇਨਟੇਕ ਸ਼ੁਰੂ ਹੋਣਾ ਸੋ 7 ਦਿਨ ਜਾਂ 8 ਦਿਨ ਪਹਿਲਾਂ ਵੀਜ਼ਾ ਮਿਲਦਾ ਸੀ। ਇੱਕ ਸਪੋਜ਼ ਆਪਾਂ ਫਰਵਰੀ ਜਾਂ ਮਾਰਚ 'ਚ ਵੀਜ਼ਾ ਅਪਲਾਈ ਕੀਤਾ ਤੇ ਬੱਚੇ ਨੇ ਅਕਤੂਬਰ ਲਈ ਵੀਜ਼ਾ ਅਪਲਾਈ ਕੀਤਾ, ਉਹਨੂੰ ਅਕਤੂਬਰ ਤੱਕ ਵੀਜ਼ੇ ਲਈ ਵੇਟ ਕਰਨੀ ਪੈਂਦੀ ਸੀ। ਬੱਚਿਆਂ ਨੂੰ ਬਹੁਤ ਸਮਝਾਇਆ ਕਿ ਸਾਈਪਰਸ ਚੱਲ ਜਾਓ, ਯੂਰੋਪੀਅਨ ਸਟੈਂਡਰਡਸ ਆ, ਬੱਚਾ ਪੜ੍ਹ ਲੂਗਾ, ਖੁਸ਼ ਹੋ ਜਾਊਗਾ, ਪੈਸੇ ਕਮਾ ਲੂ, ਪਰ ਬੱਚੇ ਨਹੀਂ ਸਮਝੇ। ਇੱਕ ਸਮਾਂ ਆਇਆ ਕੋਵਿਡ ਤੋਂ ਪਹਿਲਾਂ, ਸਾਈਪਰਸ ਨੇ ਵੀਜ਼ੇ ਬੰਦ ਕਰ ਦਿੱਤੇ, ਆਈਲੈਟ ਸ਼ੁਰੂ ਕਰ ਦਿੱਤੀ। ਅੱਜ ਪੰਜਾਬ ਦਾ ਬੱਚਾ ਤਰਲੋ ਮੱਛੀ ਹੋ ਰਿਹਾ ਕਿ ਮੈਨੂੰ ਕਿਸੇ ਤਰੀਕੇ ਸਾਈਪਰਸ ਪਹੁੰਚਾ ਦਿਓ ਬਸ, ਪਰ ਬੱਚੇ ਕੋ ਆਈਲੈਟਸ ਨਹੀਂ ਹੋ ਪਾ ਰਹੀ ਕਿਉਂਕਿ ਸਾਈਪਰਸ ਐਸੇ ਬੱਚਿਆਂ ਨੂੰ ਬੁਲਾਉਂਦਾ ਸੀ ਜਿਨ੍ਹਾਂ ਦਾ 5-7 10 ਸਾਲ 15 ਸਾਲ ਦਾ ਗੈਪ ਪੈ ਗਿਆ ਸੀ। ਹੁਣ ਅੱਜ ਬੱਚਾ ਕਲਪਦਾ ਪਿਆ ਹੈ ਕਿ ਮੈਨੂੰ ਸਾਈਪਰਸ ਭੇਜ ਦਿਓ, ਬੱਚਾ ਨਹੀਂ ਜਾ ਪਾਉਂਦਾ। ਸੋ ਇਸੇ ਤਰ੍ਹਾਂ ਯੂਕਰੇਨ ਅੱਜ ਅਗਰ ਮੌਕਾ ਦਿੰਦਾ ਪਿਆ ਪੰਜਾਬ ਦੇ ਬੱਚਿਆਂ ਨੂੰ ਆਉਣ ਦਾ, ਤੇ ਬੱਚੇ, ਮੈਂ ਕਈ ਐਸੇ ਬੱਚੇ ਮਿਲੇ ਆ ਜਿਹੜਾ ਬੱਚਾ ਖੁਦ ਆ ਕੇ ਕਹਿੰਦਾ ਜੀ ਮੈਨੂੰ ਯੂਕਰੇਨ ਭੇਜ ਦਿਓ, ਮੈਨੂੰ ਯੂਰਪ ਇੱਕ ਵਾਰੀ ਭੇਜ ਦਿਓ ਬਸ। ਤੇ ਕਈ ਐਸੇ ਜਿਹੜੇ ਨਖਰੇ ਕਰਦੇ ਆ, ਨਹੀਂ ਜੀ ਅਸੀਂ ਯੂਰਪ ਨਹੀਂ ਜਾਣਾ, ਅਸੀਂ ਸ਼ੈਨਗਨ ਜਾਣਾ। ਤੇ ਜਦੋਂ ਕੋਈ ਦਾ ਸ਼ੈਨਗਨ ਚਲੇ ਜਾਓ ਉਦੋਂ ਕਹਿੰਦੇ ਨਹੀਂ ਜੀ ਅਸੀਂ ਇੰਟਰਵਿਊ ਨਹੀਂ ਦੇਣੀ। ਸੋ ਯੂਰਪ ਅਗਰ ਸ਼ੈਨਗਨ ਜਾਣਾ ਇਹਦੇ ਵਿੱਚ ਕੋਈ ਇੰਟਰਵਿਊ ਤਾਂ ਨਹੀਂ ਦੇਣੀ ਪੈਣੀ। ਯੂਰਪ ਦੀ ਗੱਲ ਯੂਕਰੇਨ ਦੀ ਗੱਲ ਕਰ, ਬਹੁਤ ਹੀ ਤੁਹਾਡੇ ਸਵਾਲ ਦੇ ਵਿੱਚ ਦਮ ਆ। ਅੱਜ ਦੇਖੋ ਬੱਚੇ ਜਿਹੜੇ ਸਾਡੇ ਕੋਲ ਬਹੁਤ ਸਾਰੇ ਸਟੂਡੈਂਟ ਆਉਂਦੇ ਨੇ ਜਿਹੜੇ ਸਾਈਪਰਸ ਦੇ ਵੀਜ਼ੇ ਨੂੰ ਤਰਸ ਰਹੇ ਆ। ਸੋ ਜਦੋਂ ਕੋਈ ਚੀਜ਼ ਜਿਹੜੀ ਮਾਰਕੀਟ ਦੇ ਵਿੱਚ ਪ੍ਰਮੋਟ ਹੁੰਦੀ ਤੇ ਵੱਡੀ ਤਾਦਾਦ ਦੇ ਵਿੱਚ ਕੰਸਲਟੈਂਟ ਉਹਨੂੰ ਪ੍ਰਮੋਟ ਕਰਕੇ ਬੱਚਿਆਂ ਨੂੰ ਭੇਜਦੇ ਆ। ਅੱਜ ਸਾਈਪਰਸ ਨੇ ਆਇਲਸ ਕੰਪਲਸਰੀ ਕਰ ਦਿੱਤੀ ਕਿਉਂਕਿ ਦੇਖੋ ਕੋਈ ਵੀ ਚੀਜ਼ ਆ ਉਹਦੀ ਲਿਮਟ ਹੁੰਦੀ ਹੈ। ਜਦੋਂ ਉਹ ਲਿਮਟ ਕ੍ਰਾਸ ਹੁੰਦੀ ਆ ਤੇ ਫਿਰ ਉਹਦੇ 'ਚ ਫਿਲਟਰ ਲੱਗਦਾ ਹੈਗਾ। ਸੋ ਦੇਖਦੇ ਨੇ ਕਿੰਨੇ ਬੱਚੇ ਇੱਥੇ ਆਏ, ਕਿੰਨਿਆਂ ਨੇ ਐਜੂਕੇਸ਼ਨ ਲਈ, ਕਿੰਨੇ ਬੱਚੇ ਅੱਗੇ ਮਾਈਗ੍ਰੇਟ ਹੋ ਗਏ। ਸਾਰੀਆਂ ਚੀਜ਼ਾਂ ਨੂੰ ਜਦੋਂ ਗਵਰਨਮੈਂਟ ਨੇ ਸਾਰਾ ਇਹਦੀ ਜਾਂਚ ਪੜਤਾਲ ਕੀਤੀ ਤੇ ਫਿਰ ਉਸ ਤੋਂ ਬਾਅਦ ਰੂਲ ਬਣਾ ਦਿੱਤਾ ਕਿ ਜਿਹੜੇ ਬੱਚੇ ਨੇ ਸਾਈਪਰਸ ਜਾਣਾ ਉਹਨੂੰ 5 ਬੈਂਡ ਚਾਹੀਦੇ। ਅੱਜ ਦੇਖੋ ਯੂਕਰੇਨ ਦਿਲ ਖੋਲ ਕੇ ਵੀਜ਼ੇ ਦੇ ਰਿਹਾ ਹੈਗਾ। ਇਹ ਇੱਕ ਮੌਕਾ ਹੁੰਦਾ, ਕੋਈ ਵੀ ਚੀਜ਼ ਜਦੋਂ ਮਾਰਕੀਟ 'ਚ ਪ੍ਰਮੋਟ ਹੁੰਦੀ ਹੈ ਨਾ ਤੇ ਉਹਦਾ ਇੱਕ ਸਮਾਂ ਹੁੰਦਾ, ਇਹ ਨਹੀਂ ਕਿ ਲੰਬਾ ਸਮਾਂ ਚੱਲਣ ਵਾਲਾ। ਸੋ ਆਉਣ ਵਾਲੇ 6 ਮਹੀਨੇ ਚੱਲੇਗਾ ਜਾਂ ਮੈਕਸੀਮਮ 1 ਸਾਲ ਚੱਲੇਗਾ। 1 ਸਾਲ ਬਾਅਦ ਇਹ ਵੀ ਜਿਹੜੇ ਹੈਗੇ ਇੱਥੇ ਵੀ ਆਇਲਸ ਕੰਪਲਸਰੀ ਹੋਣ ਵਾਲੀ ਹੈ। ਅੱਜ ਦੇਖੋ ਤੁਹਾਡੀ ਸਟੱਡੀ 'ਚ 15-20 ਸਾਲ ਦਾ ਗੈਪ ਪੈ ਚੁੱਕਾ। ਜੇਕਰ ਤੁਸੀਂ ਇੰਡੀਆ ਤੋਂ ਅਬਰੋਡ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਬੜਾ ਸੁਨਹਿਰੀ ਮੌਕਾ ਹੈਗਾ। 1,85,000 ਰੁਪਈਆ ਦੇ ਵਿੱਚ ਤੁਸੀਂ ਵੀ ਯੂਰਪ ਦਾ ਵੀਜ਼ਾ ਹਾਸਲ ਕਰ ਸਕਦੇ ਤੇ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਅੱਜ ਮਾਰਕੀਟ ਦੇ ਵਿੱਚ ਬਹੁਤ ਸਾਰੇ ਕੰਸਲਟੈਂਟ ਯੂਰਪ ਨੂੰ ਪ੍ਰਮੋਟ ਕਰ ਰਹੇ। 20,000 ਰੁਪਏ ਆਫਰ ਲੈਟਰ ਦਾ, 20,000 ਫਾਈਲ ਚਾਰजेस, 10,000 ਰੁਪਈਆ
ਪ੍ਰੋਸੈਸਿੰਗ ਫੀਸ ਜਾਂ 20,000 ਪ੍ਰੋਸੈਸਿੰਗ, ਕਲਾਇੰਟ ਦਾ ਕਿਤੇ ਨਾ ਕਿਤੇ 50,000 ਲੱਖ ਰੁਪਈਆ ਪਹਿਲਾਂ ਹੀ ਰਿਸਕ ਤੇ ਪੈ ਜਾਂਦਾ। ਸੋ ਮੈਂ ਆਪਣੀ ਗੱਲ ਕਰਾਂ ਤੇ ਇੱਕ ਸਿੰਗਲ ਪੈਨੀ ਐਡਵਾਂਸ ਨਹੀਂ ਲਈ ਜਾਏਗੀ, ਸਾਰੇ ਦੇ ਸਾਰੇ ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਯੂਨੀਵਰਸਿਟੀ ਦੀ 1 ਸਾਲ ਦੀ ਟਿਊਸ਼ਨ ਫੀਸ ਹੈ 1,85,000 ਰੁਪਈਆ, ਔਰ ਇਹ ਵੀ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ। ਸੋ ਫੋਨ ਜਿਹੜਾ ਨੰਬਰ ਹੈ ਸਾਡਾ 9217 41111 9217 31111, ਇਹਦੇ ਤੇ ਤੁਸੀਂ ਕਾਲ ਕਰਕੇ ਸਾਡੇ ਆਫਿਸ ਦੇ ਵਿੱਚ ਗੱਲ ਕਰ ਸਕਦੇ ਹੋ। ਔਰ ਇਹ ਇੱਕ ਮੌਕਾ ਹੈਗਾ ਖਾਸ ਕਰਕੇ ਉਹਨਾਂ ਲਈ ਜਿਹੜੇ ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਆ, ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ, ਇਕੱਠੇ ਜਾਣਾ ਚਾਹੁੰਦੇ ਆ। ਦੂਸਰਾ, ਜਿਹੜੇ ਉਹ ਪ੍ਰੋਫੈਸ਼ਨ ਦੇ ਬੱਚੇ ਨੇ ਜਿਨ੍ਹਾਂ ਨੇ GNM ਕੀਤੀ ਹੈਗੀ ਆ, ਜਾਂ ਉਹਨਾਂ ਦਾ ਸਟੱਡੀ 'ਚ 10 ਸਾਲ ਦਾ ਗੈਪ ਪੈ ਚੁੱਕਾ, 15 ਸਾਲ ਦਾ ਗੈਪ ਹੋ ਚੁੱਕਾ, ਉਹਨਾਂ ਲਈ ਵੀ ਬਹੁਤ ਵਧੀਆ ਉੱਥੇ ਓਪਰਚੁਨਿਟੀ ਹੈਗੀ ਆ। ਸੋ ਜੇਕਰ ਤੁਸੀਂ ਯੂਕਰੇਨ ਦੇ ਵਿੱਚ ਜਾ ਕੇ MBBS ਦੀ ਪੜ੍ਹਾਈ ਵੀ ਕਰਨਾ ਚਾਹੁੰਦੇ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਤੁਸੀਂ ਇਹ ਸੋਚੋ ਕਿ ਪੰਜਾਬ ਤੋਂ ਜਿਹੜੇ ਮੈਡੀਕਲ ਲਾਈਨ ਦੇ ਜਿਹੜੇ ਸਟੂਡੈਂਟ ਨੇ ਜਿਹੜੇ ਉੱਥੇ ਜਾ ਕੇ MBBS ਕਰਦੇ ਨੇ, ਸੋ ਉਹ ਇੱਕ ਐਜੂਕੇਟਡ ਪਰਸਨ ਹੈਗੇ ਨੇ ਜਿਨ੍ਹਾਂ ਨੂੰ ਪਤਾ ਕਿ ਉੱਥੇ ਡਾਕਟਰੀ ਦੀ ਪੜ੍ਹਾਈ ਕਰਨ ਤੋਂ ਬਾਅਦ ਸਾਡਾ ਇੰਡੀਆ ਦੇ ਵਿੱਚ ਆ ਕੇ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਚੰਗਾ ਭਵਿੱਖ ਬਣ ਸਕਦਾ, ਤੇ ਤੁਹਾਡਾ ਕਿਉਂ ਨਹੀਂ ਬਣ ਸਕਦਾ। ਸੋ ਤੁਹਾਡਾ ਸਟੱਡੀ ਦੇ ਵਿੱਚ 15 ਸਾਲ ਦਾ ਗੈਪ ਪੈ ਚੁੱਕਾ, ਅੱਜ ਤੁਹਾਡੇ ਮਨ ਦੇ ਵਿੱਚ ਇੱਛਾ ਜੀ ਮੈਨੂੰ ਕੈਨੇਡਾ ਵੀਜ਼ਾ ਦੇ ਦੇ, ਆਸਟ੍ਰੇਲੀਆ ਦੇ ਦੇ, ਕਿੱਦਾਂ ਦੇ ਦੇਗਾ? ਤੁਸੀਂ ਕੀ ਆ ਜਿਹੜੀਆਂ ਧੋਖੇਬਾਜ਼ ਏਜੰਟਾਂ ਦੀਆਂ ਜਿਹੜੀਆਂ ਐਡਾਂ ਦੇ ਵਿੱਚ ਫਸ ਕੇ ਜਿੰਨੇ ਕੁ ਪੈਸੇ ਤੁਸੀਂ ਜੋੜ ਕੇ ਰੱਖੇ ਉਹ ਵੀ ਗਵਾਵੋਗੇ। ਕੋਈ ਬੰਦਾ ਕਹੇਗਾ ਮੈਂ ਤੁਹਾਡੀ ਡਿਗਰੀ ਤਿਆਰ ਕਰ ਦੂੰ, ਤੁਹਾਡਾ ਗੈਪ ਕਵਰ ਕਰਾ ਦੂੰ, ਤੁਹਾਨੂੰ ਆਇਲਸ ਵੀ ਕਰਾ ਦੂੰ। ਸੋ ਜੇ ਤੁਹਾਡਾ ਸਟੱਡੀ 'ਚ 10-15 ਸਾਲ ਦਾ ਗੈਪ ਪੈ ਚੁੱਕਾ, ਅੱਜ ਤੁਸੀਂ ਆਸਟ੍ਰੇਲੀਆ ਜਾਣ ਦੇ ਕਾਬਿਲ ਨਹੀਂ ਹੈਗੇ, ਕੈਨੇਡਾ ਨਹੀਂ ਜਾ ਸਕਦੇ, UK ਨਹੀਂ ਜਾ ਸਕਦੇ, ਇਹਨਾਂ ਕੰਟਰੀਆਂ ਨੇ ਤੁਹਾਡੇ ਲਈ ਦਰਵਾਜ਼ੇ ਬੰਦ ਆ, ਕਿਉਂਕਿ ਇਹ ਕੰਟਰੀਆਂ ਹੁਣ ਇੰਟਰਨੈਸ਼ਨਲ ਸਟੂਡੈਂਟ ਨੂੰ ਬੁਲਾ ਕੇ ਰੱਜ ਚੁੱਕੀਆਂ। ਅੱਜ ਉਹਨਾਂ ਨੇ ਫਿਲਟਰ ਲਾ ਦਿੱਤਾ ਕਿ ਸਾਨੂੰ ਇਸ ਪ੍ਰੋਫਾਈਲ ਦਾ ਬੱਚਾ ਹੀ ਚਾਹੀਦਾ ਜਿਹਦੇ 6 ਇੰਚ ਬੈਂਡ ਹੈਗੇ। ਹੁਣ ਤੁਹਾਡੀ ਸਟੱਡੀ 'ਚ 10-15 ਸਾਲ ਦਾ ਗੈਪ ਪੈ ਚੁੱਕਾ, ਅੱਜ ਆਇਲਸ ਨਹੀਂ ਤੁਸੀਂ ਕਰ ਸਕਦੇ, ਵਿਦੇਸ਼ ਜਾਣ ਦੀ ਮਨ ਦੇ ਵਿੱਚ ਇੱਛਾ, ਚੰਗਾ ਮੁਲਕ ਤੁਹਾਨੂੰ ਵੀਜ਼ਾ ਦੇ ਨਹੀਂ ਰਿਹਾ। ਔਰ ਯੂਕਰੇਨ ਅੱਜ ਉੱਭਰ ਕੇ ਸਾਹਮਣੇ ਆਇਆ। ਯੂਕਰੇਨ ਬਹੁਤ ਸੋਹਣਾ ਮੁਲਕ ਹੈਗਾ ਜਿੱਥੇ ਤੁਸੀਂ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਪੱਕੇ ਹੋ ਸਕਦੇ ਹੋ, ਸੈਟਲ ਹੋ ਸਕਦੇ ਹੋ, ਚੰਗੇ ਪੈਸੇ ਕਮਾ ਸਕਦੇ ਹੋ। ਔਰ ਜਦੋਂ ਯੂਨੀਵਰਸਿਟੀ ਦੇ ਵਿੱਚੋਂ ਤੁਹਾਨੂੰ ਛੁੱਟੀਆਂ ਪੈ ਜਾਂਦੀਆਂ ਇੱਕ ਸਮੈਸਟਰ ਤੋਂ ਬਾਅਦ, ਜਦੋਂ ਤੁਹਾਡੇ ਕੋਲ TRP ਕਾਰਡ ਆ ਜਾਂਦਾ ਹੈ, ਤੇ ਤੁਸੀਂ ਗਵਾਂਢੀ ਜਿਹੜੇ ਨਾਲ ਲੱਗਦੇ ਮੁਲਕ ਦੇ ਵਿੱਚ ਵੀ ਟਰੈਵਲ ਕਰਕੇ ਆਪਣਾ ਪਾਥਵੇ ਪ੍ਰੋਗਰਾਮ ਦੇ ਜ਼ਰੀਏ ਦੂਜੇ ਮੁਲਕਾਂ 'ਚ ਜਾ ਸਕਦੇ, ਜਰਮਨੀ ਜਾ ਸਕਦੇ, ਇਟਲੀ ਜਾ ਸਕਦੇ ਹੋ, ਪੋਲੈਂਡ ਜਾ ਸਕਦੇ ਹੋ, ਸਪੇਨ ਜਾ ਸਕਦੇ, ਪੁਰਤਗਾਲ ਜਾ ਸਕਦੇ ਹੋ। ਅੱਜ ਜਿਹੜੇ ਕਈ ਕੰਟਰੀਆਂ ਹੈਗੀਆਂ ਜਿੱਥੇ ਬੱਚੇ ਪੇਪਰ ਅਪਲਾਈ ਕਰਨਾ ਚਾਹੁੰਦੇ, ਇਟਲੀ, ਪੁਰਤਗਾਲ, ਸਪੇਨ, ਇਹਨਾਂ ਮੁਲਕਾਂ ਦੇ ਵਿੱਚ ਜਾਣ ਦਾ ਸੌਖਾ ਜਰੀਆ, ਸ਼ਾਰਟਕਟ ਜਿਹੜਾ ਉਹ ਯੂਕਰੇਨ ਹੀ ਹੈਗਾ। ਅੱਛਾ, ਇੱਕ ਚੀਜ਼ ਹੋਰ ਦੱਸੋ, ਬਹੁਤੇ ਕੰਸਲਟੈਂਟ ਕਹਿੰਦੇ ਕਿ ਯੂਕਰੇਨ ਕਾਲਜ 'ਚ ਐਡਮਿਸ਼ਨ ਲੈ ਲਓ, ਤੁਸੀਂ ਕਾਲਜਾਂ 'ਚ ਐਡਮਿਸ਼ਨ ਕਰਾਉਂਦੇ ਹੋ ਜਾਂ ਯੂਨੀਵਰਸਿਟੀਆਂ 'ਚ ਐਡਮਿਸ਼ਨ ਕਰਾਉਂਦੇ ਹੋ? ਯੂਨੀਵਰਸਿਟੀ 'ਚ ਕਰਾਉਂਦੇ ਹੋ ਤੇ ਫਰਕ ਕੀ ਹੈ ਕਾਲਜਾਂ ਯੂਨੀਵਰਸਿਟੀਆਂ ਦੇ? ਦੇਖੋ, ਕਾਲਜ ਔਰ ਯੂਨੀਵਰਸਿਟੀ ਦੇ ਵਿੱਚ ਬੜਾ ਫਰਕ ਹੈ। ਕਈ ਕਾਲਜ ਜਿਹੜੇ ਪ੍ਰਾਈਵੇਟ ਪ੍ਰਮੋਟ ਕਰ ਰਹੇ ਨੇ, ਅਸੀਂ ਕੀ ਚਾਹੁੰਦੇ ਕਿ ਬੱਚੇ ਦੀ ਸੇਫਟੀ ਹੋਵੇ। ਸਰਕਾਰੀ ਯੂਨੀਵਰਸਿਟੀ ਦੇ ਵਿੱਚ ਕਦੀ ਵੀ ਬੱਚੇ ਨਾਲ ਕੁਝ ਗਲਤ ਨਹੀਂ ਹੋਏਗਾ। ਦੂਸਰਾ, ਜਦੋਂ ਗਵਰਨਮੈਂਟ ਯੂਨੀਵਰਸਿਟੀ ਦੇ ਵਿੱਚ ਜਾਵਾਂਗੇ ਬੱਚੇ ਦੀ ਫੀਸ ਜਿਹੜੀ ਉਹ ਸੇਫ ਹੋਏਗੀ। ਸੋ ਫੀਸ ਇੱਥੇ ਗੱਲ ਕਰੀਏ ਤੇ ਫੀਸ ਜਦੋਂ ਬੱਚੇ ਦਾ ਵੀਜ਼ਾ ਆ ਜਾਂਦਾ ਉਦੋਂ ਹੀ ਪੇ ਕਰਨੀ, ਪਹਿਲਾਂ ਕੋਈ ਪੈਸਾ ਹੀ ਨਹੀਂ ਪੇ ਕਰਨਾ। ਸੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ। ਜਿੰਨੇ ਹੁਣ ਤੱਕ ਅਸੀਂ ਬੱਚਿਆਂ ਦੇ ਵੀਜ਼ੇ ਲਏ ਸਾਰੇ ਹੀ ਬਹੁਤ ਖੁਸ਼ ਹੈਗੇ, ਕਿਉਂਕਿ ਅੱਜ ਘੱਟ ਪੈਸਿਆਂ ਦੇ ਵਿੱਚ ਤੁਸੀਂ ਚੰਗੇ ਮੁਲਕ ਦੇ ਵਿੱਚ ਨਹੀਂ ਜਾ ਸਕਦੇ। ਸਿੰਗਾਪੁਰ ਦੀ ਗੱਲ ਕਰ ਲਈਏ ਤਾਂ ਉੱਥੇ ਵੀ 4.5 ਲੱਖ ਰੁਪਈਆ ਖਰਚਾ ਹੁੰਦਾ ਹੈਗਾ। ਸਭ ਤੋਂ ਵੱਡੀ ਗੱਲ ਸਾਲ ਬਾਅਦ ਵਾਪਸ ਆਉਣਾ ਪੈਂਦਾ। ਹਾਂਜੀ, ਸਾਲ ਬਾਅਦ ਵਾਪਸ ਆਉਣਾ ਪੈਂਦਾ। ਔਰ ਦੂਸਰਾ, ਸਿੰਗਾਪੁਰ ਵਰਗੇ ਮੁਲਕ ਨੇ ਕੀ ਕਰ ਦਿੱਤਾ ਕਿ ਤੁਹਾਨੂੰ ਵੀਜ਼ਾ ਤੇ ਦੇ ਰਿਹਾ, ਬਟ $2,000 ਤੁਹਾਡੇ ਕੋਲ ਕੋਵਿਡ-19 ਦੇ ਨਾਮ ਤੇ ਲੈ ਰਿਹਾ ਕਿ ਤੁਹਾਨੂੰ ਹੋਟਲ ਦੇ ਵਿੱਚ ਕੁਆਰੰਟਾਈਨ ਹੋਣਾ ਪਏਗਾ। ਜੇਕਰ ਮੈਂ ਯੂਕਰੇਨ ਦੀ ਗੱਲ ਕਰਾਂ ਤੇ ਇੱਥੇ ਇਦਾਂ ਦਾ ਕੋਈ ਵੀ ਰੂਲ ਨਹੀਂ ਹੈਗਾ। ਹਾਲਾਂਕਿ ਵੀਜ਼ਾ ਆਉਣ ਤੋਂ ਬਾਅਦ ਤੁਹਾਨੂੰ ਕੋਵਿਡ-19 ਦਾ ਟੈਸਟ ਕਰਵਾਉਣਾ ਪਏਗਾ। ਸੋ ਜੇਕਰ ਤੁਹਾਡੀ ਰਿਪੋਰਟ ਨੈਗੇਟਿਵ ਹੈ ਤਾਂ ਤੁਸੀਂ ਜ਼ਰੂਰ ਟਰੈਵਲ ਕਰ ਸਕਦੇ ਹੋ। ਇਹ ਸਾਰੇ ਮੁਲਕਾਂ ਦੇ ਵਿੱਚ ਹੀ ਰੂਲ ਬਣ ਗਏ। ਬਟ ਸਿੰਗਾਪੁਰ $2,000 ਲੈਂਦਾ ਹੈਗਾ, ਉੱਥੇ ਹੋਟਲ 'ਚ 15 ਦਿਨ ਸਟੇ ਕਰਵਾਉਂਦਾ ਹੈਗਾ, ਚਾਹੇ ਤੁਹਾਡੀ ਰਿਪੋਰਟ ਨੈਗੇਟਿਵ ਵੀ ਕਿਉਂ ਨਹੀਂ ਹੈਗੀ। ਸੋ ਯੂਕਰੇਨ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਵੀਜ਼ੇ ਆ ਰਹੇ ਆ। ਸਾਡੇ ਕੁਝ ਦਿਨ ਪਹਿਲਾਂ ਹੀ ਜਿਹੜਾ ਸੈਮੀਨਾਰ ਕਰਵਾਇਆ ਸੀ ਉਹਦੇ 'ਚ ਬਹੁਤ ਸਾਰੇ ਬੱਚਿਆਂ ਨੇ ਵੀਜ਼ੇ ਆ ਕੇ ਅਪਲਾਈ ਕੀਤੇ ਹੈਗੇ ਆ। ਸੋ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਵਿਦੇਸ਼ ਜਾਣ ਦੀ ਇੱਛਾ ਹੈਗੀ ਆ, ਸਟੱਡੀ ਦੇ ਵਿੱਚ 15-20 ਸਾਲ ਦਾ ਗੈਪ ਪੈ ਚੁੱਕਾ ਹੈ, ਉਮਰ ਤੁਹਾਡੀ 18 ਤੋਂ 40 ਸਾਲ ਹੈ, ਤੇ ਤੁਸੀਂ ਵੀ ਯੂਕਰੇਨ ਦਾ ਵੀਜ਼ਾ ਹਾਸਲ ਕਰ ਸਕਦੇ ਹੋ। ਇਹ ਖਾਸ ਗੱਲ ਮੈਂ ਤੁਹਾਨੂੰ ਦੱਸਾਂ, ਜਿਨ੍ਹਾਂ ਦੇ ਮੈਰਿਡ ਆ, ਜੋ ਮੈਰਿਡ ਨੇ, ਸਟੱਡੀ 'ਚ 15 ਸਾਲ ਦਾ ਗੈਪ ਪੈ ਚੁੱਕਾ, ਜੇਕਰ ਤੁਸੀਂ ਉੱਥੇ ਚਲੇ ਜਾਂਦੇ ਹੋ,
ਉੱਥੇ ਜਾ ਕੇ ਜੇਕਰ ਤੁਹਾਡਾ ਬੱਚਾ ਜਨਮ ਲੈਂਦਾ ਹੈ, ਤੁਹਾਡਾ ਘਰ ਬੱਚਾ ਪੈਦਾ ਹੁੰਦਾ ਹੈ, ਤੇ ਤੁਹਾਡੇ ਬੱਚੇ ਨੂੰ ਤੇ ਉਸੇ ਵੇਲੇ ਹੀ ਉਸ ਦੇਸ਼ ਦੀ ਨਾਗਰਿਕਤਾ ਮਿਲ ਜੇਗੀ। ਉਹਦੇ ਬਿਹਾਫ ਤੇ 6 ਮਹੀਨੇ ਦੇ ਵਿੱਚ ਤੁਸੀਂ ਵੀ ਉਸ ਦੇਸ਼ ਦੀ PR ਹਾਸਲ ਕਰ ਸਕਦੇ ਹੋ। ਸੋ ਜੇਕਰ ਤੁਹਾਡੇ ਕੋਲ ਉਸ ਦੇਸ਼ ਦਾ ਪਾਸਪੋਰਟ ਆ ਜਾਂਦਾ ਹੈ ਤੇ ਤੁਸੀਂ ਕਈ ਕੰਟਰੀਆਂ ਦੇ ਵਿੱਚ ਟਰੈਵਲ ਕਰ ਸਕਦੇ ਹੋ। ਅੱਜ ਕੋਈ ਵੀ ਮੁਲਕ ਇੰਨੀ ਆਸਾਨੀ ਦੇ ਨਾਲ ਆਪਣੇ ਦੇਸ਼ ਦੀ PR ਨਹੀਂ ਦਿੰਦਾ ਜਿੰਨੀ ਈਜ਼ੀ ਇੱਥੇ ਹੋਈ ਆ। ਸੋ ਅੱਜ ਵੀਜ਼ੇ ਆ ਰਹੇ ਆ, ਇਹ ਮੌਕਾ ਬਾਰ-ਬਾਰ ਨਹੀਂ ਆਉਂਦਾ। ਕਿੰਨਾ ਚਿਰ ਆਉਣੇ ਵੀਜ਼ੇ ਇਹ ਸਾਨੂੰ ਵੀ ਨਹੀਂ ਪਤਾ। ਅੱਛਾ, ਇੱਕ ਚੀਜ਼ ਹੋਰ ਦੱਸੋ, ਉੱਥੇ ਬੱਚਾ ਰਹੂ ਕਿੱਥੇ? ਜਦੋਂ ਪੇਰੈਂਟਸ ਨੇ ਭੇਜਣਾ, ਇੱਕ ਪੇਰੈਂਟਸ ਨੂੰ ਲੱਗਦਾ ਕਿ ਮੈਂ ਬੱਚੇ ਨੂੰ 7 ਸਮੁੰਦਰ ਪਾਰ ਭੇਜਣਾ, ਚਾਹੇ ਕੈਨੇਡਾ ਚਾਹੇ ਆਸਟ੍ਰੇਲੀਆ, ਬੱਚਾ ਪੇਰੈਂਟਸ ਸਭ ਤੋਂ ਪਹਿਲਾਂ ਇਹ ਪੁੱਛਦੇ ਆ ਕਿ ਸਾਡੇ ਬੱਚੇ ਨੂੰ ਉੱਥੇ ਕੋਈ ਸਮੱਸਿਆ ਤਾਂ ਨਹੀਂ ਆਊਗੀ, ਉਹਨੂੰ ਏਅਰਪੋਰਟ ਤੋਂ ਲੈਣ ਕੌਣ ਆਊਗਾ, ਸਾਡਾ ਬੱਚਾ ਰਹੂਗਾ ਕਿੱਥੇ, ਖਾਊ ਪੀਊਗਾ ਕਿੱਥੋਂ, ਕੀ ਉਹਦੇ ਵਿੱਚ ਕੋਈ ਯੂਨੀਵਰਸਿਟੀ ਹੈਲਪ ਕਰ ਰਹੀ ਹੈ? ਬਹੁਤ ਹੀ ਅਹਿਮ ਸਵਾਲ ਹੈ ਮਨੀਸ਼ ਜੀ ਤੁਹਾਡਾ ਕਿ ਜਿਨ੍ਹਾਂ ਯੂਨੀਵਰਸਿਟੀਆਂ ਦੇ ਨਾਲ ਅਸੀਂ ਕੰਮ ਕਰ ਰਹੇ ਹੈਗੇ ਆ, ਸੋ ਜਿਹੜੀ ਵੀ ਸਾਡੇ ਦੁਆਰਾ ਬੱਚਾ ਜਾਏਗਾ ਖਾਸ ਤੌਰ ਤੇ ਉਹਨਾਂ ਬੱਚਿਆਂ ਲਈ ਅਕਮੋਡੇਸ਼ਨ ਦਾ ਅਰੇਂਜਮੈਂਟ ਵੀ ਯੂਨੀਵਰਸਿਟੀ ਵੱਲੋਂ ਹੀ ਕੀਤਾ ਜਾਏਗਾ। ਰਹਿਣ ਦੀ, 에ਅਰਪੋਰਟ ਪਿਕਅਪ ਦੀ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਹੀਂ ਹੈਗੀ। ਦੂਸਰਾ, ਵੀਜ਼ੇ ਤੋਂ ਬਾਅਦ ਜਦੋਂ ਬੱਚਾ ਉੱਥੇ ਪਹੁੰਚਦਾ ਹੈ ਉਹਨੂੰ TRP ਕਾਰਡ ਵੀ ਯੂਨੀਵਰਸਿਟੀ ਵੱਲੋਂ ਪ੍ਰੋਵਾਈਡ ਕਰਵਾਇਆ ਜਾਏਗਾ, ਟੈਂਪਰੇਰੀ ਰੈਜ਼ੀਡੈਂਸ ਪਰਮਿਟ। ਸੋ ਜਿਹਦੇ ਬੇਸ ਦੇ ਉੱਤੇ ਅੱਗੇ ਤੁਹਾਡਾ ਆਉਣ ਵਾਲਾ ਫਿਊਚਰ ਜਿਹੜਾ ਬਹੁਤ ਹੀ ਵਧੀਆ ਹੋਣ ਵਾਲਾ। ਪ੍ਰਾਈਵੇਟ ਕਾਲਜਾਂ ਦੀ ਗੱਲ ਕਰ ਲਈਏ ਤੇ ਉੱਥੇ ਥੋੜਾ ਜਿਹਾ ਡਿਫਿਕਲਟੀਆਂ ਆਉਂਦੀਆਂ ਹੈਗੀਆਂ, ਬੱਚੇ ਨੂੰ TRP ਕਾਰਡ ਲੈਣ ਦੇ ਵਿੱਚ ਮੁਸ਼ਕਲ ਆਉਂਦੀ। ਯੂਨੀਵਰਸਿਟੀ ਦਾ ਜਦੋਂ ਰੈਂਕਿੰਗ ਵਧੀਆ, ਅਸੀਂ ਯੂਕਰੇਨ ਦੇ ਵਿੱਚ ਟੌਪ 10 ਯੂਨੀਵਰਸਿਟੀਆਂ ਦੇ ਨਾਲ ਕੰਮ ਕਰ ਰਹੇ ਹਾਂ, ਜਿਹੜੀਆਂ ਪਬਲਿਕ ਯੂਨੀਵਰਸਿਟੀਆਂ, ਸਰਕਾਰੀ ਯੂਨੀਵਰਸਿਟੀਆਂ, ਉੱਥੇ ਸਾਰਾ ਹੀ ਕੰਮ ਜਿਹੜਾ ਉਹ ਸਿਸਟਮ ਦੇ ਅਕੋਰਡਿੰਗਲੀ ਹੁੰਦਾ। ਸੋ ਜੇਕਰ ਤੁਸੀਂ ਸਟੱਡੀ ਵੀਜ਼ਾ ਤੇ ਜਾ ਕੇ ਉੱਥੇ ਆਪਣਾ ਵੀਜ਼ਾ ਵਰਕ ਪਰਮਿਟ 'ਚ ਵੀ ਕਨਵਰਟ ਕਰਾਉਣਾ ਚਾਹੁੰਦੇ ਹੋ ਤੇ ਉਹਦਾ ਵੀ ਬੜਾ ਈਜ਼ੀ ਪ੍ਰੋਸੈਸ ਹੈਗਾ। ਉਹਦੇ ਲਈ ਵੀ ਅਸੀਂ ਤੁਹਾਡੀ ਹੈਲਪ ਕਰਵਾ ਕੇ ਤੁਹਾਡਾ ਸਟੱਡੀ ਵੀਜ਼ਾ ਉੱਥੇ ਜਾ ਕੇ ਵਰਕ ਵੀਜ਼ੇ ਦੇ ਵਿੱਚ ਵੀ ਕਨਵਰਟ ਕਰਵਾ ਸਕਦੇ ਹੈਗੇ ਆ। ਸੋ ਕਿਤੇ ਨਾ ਕਿਤੇ ਬਹੁਤ ਸਾਰੇ ਇਹੋ ਜਿਹੇ ਹਜ਼ਾਰਾਂ ਹੀ ਬੱਚੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਸਟੱਡੀ 'ਚ ਗੈਪ ਪੈ ਚੁੱਕਾ, ਵਿਦੇਸ਼ ਜਾਣਾ ਚਾਹੁੰਦੇ, ਸਹੀ ਰਸਤਾ ਨਹੀਂ ਮਿਲ ਰਿਹਾ, ਸਹੀ ਗਾਈਡੈਂਸ ਨਹੀਂ ਮਿਲ ਰਹੀ। ਤੁਸੀਂ ਇੱਕ ਵਾਰੀ ਜਿਹੜਾ ਲਗਾਤਾਰ ਜਿਹੜਾ ਨੰਬਰ ਫਲੈਸ਼ ਹੋ ਰਿਹਾ 92 172 41111 92 172 31111, ਇਹਦੇ ਤੇ ਕਾਲ ਕਰਕੇ ਸਿੱਧੀ ਮੇਰੀ ਟੀਮ ਨਾਲ ਗੱਲ ਕਰ ਸਕਦੇ ਹੋ। ਮੈਨੂੰ ਪਰਸਨਲੀ ਮਿਲ ਕੇ ਇਸ ਪ੍ਰੋਗਰਾਮ ਦੇ ਸੰਬੰਧੀ, ਇਸ ਕੰਟਰੀ ਬਾਰੇ ਸਲਾਹ ਲੈਣਾ ਚਾਹੁੰਦੇ ਹੋ, ਗਾਈਡੈਂਸ ਲੈ ਸਕਦੇ ਹੋ। ਔਰ ਜਦੋਂ ਵੀ ਤੁਸੀਂ ਮਿਲਣਾ ਅਪਾਇੰਟਮੈਂਟ ਫਿਕਸ ਕਰਕੇ ਆਓ, ਆਪਣੇ ਡਾਕੂਮੈਂਟ ਨਾਲ ਲੈ ਕੇ ਆਓ ਤਾਂ ਕਿ ਤੁਹਾਨੂੰ ਸਹੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਵੇ। ਜੀ ਸਰ, ਲੜਕੀਆਂ ਲਈ ਕਿਵੇਂ ਦਾ ਕੰਟਰੀ ਹੈ? ਕਿਉਂਕਿ ਮੁੰਡਿਆਂ ਦੀ ਅਸੀਂ ਹਰ ਵਾਰ ਗੱਲ ਕਰਦੇ ਹਾਂ, ਗਰਲਸ ਲਈ ਕੀ ਸੇਫ ਕੰਟਰੀ ਹੈ? ਦੇਖੋ, ਇਹ ਕੰਟਰੀ ਸਭ ਨੂੰ ਸੇਫ ਆ। ਤੁਸੀਂ ਗੂਗਲ 'ਚ ਵੀ ਸਰਚ ਕਰ ਸਕਦੇ ਹੋ, ਕ੍ਰਾਈਮ ਫ੍ਰੀ ਕੰਟਰੀ ਹੈਗੀ, ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਹੈਗਾ। ਸੋ ਬਹੁਤ ਹੀ ਬਿਊਟੀਫੁਲ ਕੰਟਰੀ ਹੈਗੀ ਆ। ਬਹੁਤ ਸੋਹਣੇ ਸੋਹਣੇ ਉੱਥੇ ਬੀਚ ਨੇ, ਬਹੁਤ ਹੀ ਵਧੀਆ ਜਿਹੜੇ ਉੱਥੇ ਰੈਸਟੋਰੈਂਟ ਨੇ, ਰਿਜ਼ੋਰਟ ਨੇ, ਟੂਰਿਸਟ ਵੱਡੀ ਤਾਦਾਦ ਦੇ ਵਿੱਚ ਉੱਥੇ ਜਾਂਦਾ। ਔਰ ਖਾਸ ਤੌਰ ਕੇ ਯੂਕਰੇਨ ਇਮੀਗ੍ਰੇਸ਼ਨ ਇਹੋ ਜਿਹੀ ਇਮੀਗ੍ਰੇਸ਼ਨ ਹੈ ਕਿ ਕੋਈ ਵੀ ਇਹੋ ਜਿਹੇ ਇਨਸਾਨ ਨੂੰ ਐਂਟਰ ਨਹੀਂ ਹੋਣ ਦਿੰਦੇ ਜਿਹਦੇ ਤੇ ਉਹਨਾਂ ਨੂੰ ਸ਼ੱਕ ਪਵੇ। ਸੋ ਬਿਲਕੁਲ ਹੀ ਉੱਥੇ ਜੈਨੂਇਨ ਬੰਦਾ ਹੀ ਟਰੈਵਲ ਕਰ ਸਕਦਾ ਹੈ, ਅਨਜੈਨੂਇਨ ਬੰਦੇ ਨੂੰ ਟਰੈਵਲ ਨਹੀਂ ਕਰਨ ਦਿੰਦੇ। ਸੋ ਇਸ ਲਈ ਦੋਸਤੋ ਸਮਾਂ ਨਾ ਗਵਾਓ। ਕੋਵਿਡ-19 ਦੇ ਕਾਰਨ ਅੱਜ ਜਿੱਥੇ ਆਪਣੇ ਦੇਸ਼ ਦੇ ਵਿੱਚ ਵੀ ਕੰਮ ਕਰਦੇ ਇੱਥੇ ਚੰਗੇ ਹਾਲਾਤ ਨਹੀਂ ਹੈਗੇ। ਜੇਕਰ ਤੁਸੀਂ ਵੀ 70-80 ਹਜ਼ਾਰ ਰੁਪਈਆ ਮਹੀਨਾ ਕਮਾਉਣਾ ਚਾਹੁੰਦੇ ਹੋ, ਸਿਰਫ 1,85,000 ਰੁਪਈਆ ਸਾਲ ਦੀ ਫੀਸ ਦੇ ਕੇ ਤੁਸੀਂ ਵੀ ਯੂਕਰੇਨ ਦੀ ਐਜੂਕੇਸ਼ਨ ਕਰਨ ਤੋਂ ਬਾਅਦ ਚੰਗਾ ਭਵਿੱਖ ਜਿਹੜਾ ਆਪਣਾ ਬਣਾ ਸਕਦੇ ਹੋ। ਉਸ ਤੋਂ ਬਾਅਦ ਅੱਗੇ ਕਿਸੇ ਚੰਗੇ ਮੁਲਕ ਦੇ ਵਿੱਚ ਮਾਈਗ੍ਰੇਟ ਹੋਣਾ, ਉਹਦੀ ਪੋਸੀਬਿਲਿਟੀ ਵੀ ਹੈਗੀ ਹੈ। ਜੇਕਰ ਤੁਸੀਂ ਯੂਕਰੇਨ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਉੱਥੇ ਹੋ ਸਕਦੇ ਹੋ। ਅੱਜ 15-20 ਸਾਲ ਦਾ ਗੈਪ ਤੁਹਾਡੇ ਵਿਦੇਸ਼ ਜਾਣ ਲਈ ਅੜਚਨ ਪੈਦਾ ਕਰ ਰਿਹਾ। ਸੋ ਅਸੀਂ ਤੁਹਾਡੀ ਇਸ ਮੁਸ਼ਕਲ ਦਾ ਹੱਲ ਕਰਕੇ ਤੁਹਾਨੂੰ ਯੂਰਪ ਦਾ ਵੀਜ਼ਾ ਲੈ ਕੇ ਦੇਵਾਂਗੇ। ਸੋ ਸਮਾਂ ਨਾ ਗਵਾਓ, ਕਿਉਂਕਿ ਇਹ ਵੀਜ਼ੇ ਕਿੰਨੇ ਚਿਰ ਤੱਕ ਆਉਣੇ ਆ, ਇਹ ਸਾਰੀਆਂ ਚੀਜ਼ਾਂ ਲਿਮਟਿਡ ਹੁੰਦੀਆਂ। ਮੇਰਾ ਤਜਰਬਾ ਕਹਿੰਦਾ ਕਿ 6 ਮਹੀਨੇ ਤੋਂ ਲੈ ਕੇ ਸਾਲ ਤੱਕ ਹੀ ਇਹ ਪ੍ਰੋਸੈਸ ਚੱਲਣਾ। ਅੱਜ ਇਹੀ ਕੰਟਰੀ ਸਭ ਨੂੰ ਫਾਸਟ ਵੀਜ਼ਾ ਦੇ ਰਹੀ। 15 ਤੋਂ 25 ਦਿਨ ਦੇ ਵਿੱਚ ਤੁਸੀਂ ਵੀਜ਼ਾ ਹਾਸਲ ਕਰਕੇ ਯੂਕਰੇਨ ਦੇ ਵਿੱਚ ਚੰਗੇ ਭਵਿੱਖ ਦੀ ਕਾਮਨਾ ਕਰ ਸਕਦੇ ਹੋ। ਸੋ ਆਪਣੇ ਸਪਾਊਸ ਦੇ ਨਾਲ ਜਾਣਾ ਹੈ, ਇਕੱਲੇ ਜਾਣਾ ਹੈ, ਬਹੁਤ ਵਧੀਆ, ਬਹੁਤ ਸੋਹਣਾ ਮੁਲਕ ਆ। ਦੂਸਰੀ ਚੀਜ਼, ਤੁਹਾਨੂੰ ਰਹਿਣ ਦੀ ਟੈਨਸ਼ਨ ਨਹੀਂ ਹੈ ਕਿਉਂਕਿ ਯੂਨੀਵਰਸਿਟੀ ਨੇ ਹੀ ਤੁਹਾਨੂੰ ਅਕਮੋਡੇਸ਼ਨ ਦੇਣੀ ਹੈ। ਸੋ ਤੁਹਾਡੀ ਅਕਮੋਡੇਸ਼ਨ ਦਾ ਪ੍ਰਬੰਧ, ਤੁਹਾਡੀ ਸਾਲ ਦੀ ਫੀਸ ਦਾ ਪ੍ਰਬੰਧ ਇੱਥੋਂ ਹੀ ਹੋ ਕੇ ਜਾਣਾ ਹੈ। ਸੋ ਫਿਰ ਖਰਚਾ ਤੇ ਕੋਈ ਵੀ ਨਹੀਂ ਹੈਗਾ। ਸਿਰਫ ਤੁਸੀਂ ਆਪਣਾ ਜਿਹੜਾ ਉਹ ਰੋਟੀ
ਪਾਣੀ ਦਾ ਜਿਹੜਾ ਕੰਮ ਆ ਉਹ ਤੁਹਾਨੂੰ ਖੁਦ ਕਰਨਾ, ਆਪਣਾ ਫੂਡ ਖੁਦ ਤਿਆਰ ਕਰਨਾ ਹੈ। ਔਰ ਇਹ ਨਾ ਸੋਚੋ ਕਿ ਉੱਥੇ ਇੰਡੀਅਨ ਪਕਵਾਨ ਸ਼ਾਇਦ ਨਾ ਮਿਲਣ। ਸੋ ਜੇਕਰ ਮੈਂ ਗੱਲ ਕਰਾਂ ਫੂਡ ਦੀ, ਤੇ ਉੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਇੰਡੀਅਨ ਰੈਸਟੋਰੈਂਟ ਹੈਗੇ, ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ। ਸੋ ਦੂਸਰੀ ਇੱਕ ਇੰਪੋਰਟੈਂਟ ਚੀਜ਼, ਅੱਜ ਮਾਰਕੀਟ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਯੂਕਰੇਨ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਹੇ ਆ। ਸੋ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹੁੰਦਾ, ਜਦੋਂ ਵੀ ਤੁਸੀਂ ਯੂਕਰੇਨ ਦਾ ਜਾਣਾ ਹੈ ਉਦੋਂ ਤੁਸੀਂ ਯੂਕਰੇਨ ਦੀ ਜਿਹੜੀ ਕੈਪੀਟਲ ਹੈ ਕੀਵ, ਉਹਦੇ ਵਿੱਚ ਉੱਥੇ ਯੂਨੀਵਰਸਿਟੀ ਚੂਜ਼ ਕਰੋ, ਜਾਂ ਪਾਲਟੋਵਾ ਦੇ ਵਿੱਚ ਤੁਸੀਂ ਜਾਓ। ਸੋ ਇੱਥੇ ਪਬਲਿਕ ਯੂਨੀਵਰਸਿਟੀ ਦੇ ਵਿੱਚ ਹੀ ਦਾਖਲਾ ਲਓ, ਕਾਲਜ ਦੇ ਵਿੱਚ ਦਾਖਲਾ ਨਾ ਲਓ। ਸਰਕਾਰੀ ਯੂਨੀਵਰਸਿਟੀ ਦੇ ਵਿੱਚ ਜਾਓਗੇ ਤੇ ਚੰਗਾ ਭਵਿੱਖ ਬਣੇਗਾ, ਕਿਉਂਕਿ ਬਹੁਤ ਸਾਰੀਆਂ ਕਾਲਜ ਜਿਹੜੇ ਛੋਟੇ ਛੋਟੇ ਨੇ ਪਿੰਡਾਂ ਦੇ ਕਸਬਿਆਂ ਦੇ ਵਿੱਚ, ਜਿੱਥੇ ਤੁਹਾਨੂੰ ਕੰਮਕਾਜ ਮਿਲਣ ਦੇ ਵਿੱਚ ਦਿੱਕਤ ਆਏਗੀ। ਆਲਵੇਜ਼ ਤੁਸੀਂ ਕੈਪੀਟਲ ਜਿਹੜੀਆਂ ਸਿਟੀਜ਼ ਹੈਗੀਆਂ ਨੇ ਉੱਥੇ ਹੀ ਜਾਓ, ਉੱਥੇ ਤੁਹਾਨੂੰ ਤੁਹਾਡੇ ਸਪਾਊਸ ਨੂੰ ਈਜ਼ੀਲੀ ਕੰਮਕਾਰ ਮਿਲ ਜਾਂਦਾ ਹੈਗਾ। ਸਟੈਂਡਰਡਸ ਵੀ ਉੱਥੇ ਹੋਣਗੇ, ਸਟੈਂਡਰਡ ਵੀ ਬਹੁਤ ਹੈ। ਦੂਸਰਾ ਮਨੀਸ਼ ਜੀ, ਕਿ ਜੇ ਮੈਂ ਜੌਬ ਦੀ ਗੱਲ ਕਰਾਂ ਨਾ, ਸੋ ਜਿੰਨਾ ਕੈਂਡੀਡੇਟ ਕੋ ਡਰਾਈਵਿੰਗ ਲਾਇਸੈਂਸ ਹੈਗਾ, ਸੋ ਜੇ ਉਹਨਾਂ ਨੂੰ ਕਾਰ ਚਲਾਉਣੀ ਆਉਂਦੀ, ਟੈਕਸੀ ਚਲਾਉਣੀ ਆਉਂਦੀ, ਤੇ ਯੂਕਰੇਨ ਦੀ ਖਾਸੀਅਤ ਕੀ ਆ ਕਿ ਉੱਥੇ ਟੈਕਸੀ ਦਾ ਬਿਜ਼ਨਸ ਬਹੁਤ ਵੱਡੀ ਤਾਦਾਦ ਦੇ ਵਿੱਚ ਆ। ਜਿਵੇਂ ਸਪੋਜ਼ ਕਿ ਕਿਸੇ ਵੀ ਕੰਪਨੀ ਤੁਹਾਨੂੰ ਟੈਕਸੀ ਦੇ ਦੇਗੀ ਜਿਹਦੇ ਵਿੱਚ ਪੈਟਰੋਲ ਦਾ ਖਰਚਾ ਵੀ ਉਹਨਾਂ ਦਾ, ਉਹਨਾਂ ਦੇ ਐਕਸਪੈਂਸ ਵੀ ਉਹਨਾਂ ਦੇ। ਸੋ ਉਹਦੇ ਵਿੱਚ ਜੋ ਵੀ ਤੁਸੀਂ ਇਨਕਮ ਜਨਰੇਟ ਕਰਕੇ ਦੋਗੇ, 30% ਜਿਹੜੀ ਇਨਕਮ ਹੋਏਗੀ ਤੁਹਾਡੀ ਹੋਏਗੀ। ਸੋ ਟੈਕਸੀ ਓਨਰ ਦਾ ਹੀ ਪੈਟਰੋਲ ਦਾ ਖਰਚਾ, ਐਕਸਪੈਂਸ ਦੇ ਵੀ ਖਰਚੇ ਉਹਨਾਂ ਦੇ, ਤੇ 30% ਕਮਾਈ ਹੈ। ਸਪੋਜ਼ ਤੁਸੀਂ ਜੇਕਰ ਪੂਰੇ ਦਿਨ ਦੇ ਵਿੱਚ $1000 ਦਾ ਕੰਮ ਕੀਤਾ ਤੇ 30% ਪੈਸੇ ਜਿਹੜੇ ਹੈਗੇ ਨੇ ਉਹ ਤੁਹਾਡੇ ਆ, ਯਾਨੀ ਕਿ $700 ਜਿਹੜਾ ਹੈ ਉਹ ਓਨਰ ਨੂੰ ਜਾਏਗਾ ਤੇ $300 ਤੁਹਾਨੂੰ ਇੱਕ ਦਿਨ ਦਾ ਬਚ ਜਾਏਗਾ। $300 ਦੀ ਗੱਲ ਕਰਾਂ, ਈਜ਼ੀਲੀ ਬੰਦਾ ਹੈਗਾ ਡੇਲੀ ਦਾ $200 ਤੋਂ $300 ਕਮਾ ਸਕਦਾ ਹੈਗਾ। ਸੋ ਬਹੁਤ ਜਿਨ੍ਹਾਂ ਕੋਲ ਲਾਇਸੈਂਸ ਹੈਗਾ ਹੈ ਉਹਨਾਂ ਲਈ ਬਹੁਤ ਵਧੀਆ ਓਪਰਚੁਨਿਟੀ ਹੈਗੀ ਹੈ। ਸੋ ਟੈਕਸੀ ਦੇ ਕੰਮ ਦੇ ਵਿੱਚ ਉਹਨਾਂ ਨੂੰ ਈਜ਼ੀਲੀ ਜੌਬ ਮਿਲ ਜਾਂਦੀ ਹੈ। ਅੱਜ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ, ਆਸਟ੍ਰੇਲੀਆ ਜਾ ਕੇ ਵੀ ਟੈਕਸੀ ਡਰਾਈਵਰ ਦੀ ਜੌਬ ਕਰ ਰਹੇ ਹੈਗੇ ਆ, ਚਾਹੇ ਉਹਦੇ 'ਚ MBBS ਡਾਕਟਰ ਦੀ ਗੱਲ ਕਰੀਏ, ਚਾਹੇ ਜਿਨ੍ਹਾਂ ਨੇ MBA ਕੀਤੀ ਆ। ਸੋ ਇਹੀ ਚੀਜ਼ ਦਾ ਜਿਹੜਾ ਬੈਨੀਫਿਟ ਤੁਸੀਂ ਯੂਕਰੇਨ ਦੇ ਵਿੱਚ ਵੀ ਹਾਸਲ ਕਰ ਸਕਦੇ ਹੋ, ਕਿਉਂਕਿ ਯੂਕਰੇਨ ਕੰਟਰੀ ਬਹੁਤ ਹੀ ਖੂਬਸੂਰਤ ਕੰਟਰੀ, ਜਿੱਥੇ ਵੱਡੀ ਤਾਦਾਦ ਦੇ ਵਿੱਚ ਟੂਰਿਸਟ ਉੱਥੇ ਜਾਂਦੇ ਨੇ। ਸੋ ਬਹੁਤ ਵਧੀਆ ਤੁਹਾਡੀ ਚੰਗੀ ਇਨਕਮ ਹੋ ਸਕਦੀ ਹੈ। ਕਾਲੇ ਨਹੀਂ ਪੈਣ ਦੀ ਜ਼ਰੂਰਤ, ਸਿਰਫ ਉਸ ਕੰਟਰੀ ਨੂੰ ਕੁਝ ਸਮਾਂ ਲਾ ਕੇ ਤੁਸੀਂ ਸਮਝੋ, ਸਰਚ ਕਰੋ, ਘੁੰਮੋ ਫਿਰੋ, ਔਰ ਉਸ ਤੋਂ ਬਾਅਦ ਤੁਸੀਂ ਜਦੋਂ ਜੌਬ ਹਾਸਲ ਕਰ ਲਈ, ਉਸ ਤੋਂ ਬਾਅਦ ਤੁਸੀਂ ਖੁਦ ਹੀ ਕਹਿਣਾ ਹੈ ਕਿ ਮੈਨੂੰ ਇੱਥੇ ਅੱਗੋਂ ਕਿਤੇ ਜਾਣ ਦੀ ਜ਼ਰੂਰਤ ਨਹੀਂ। ਬਟ ਤੁਹਾਡੇ ਕੋਲ ਓਪਰਚੁਨਿਟੀ ਹੈ, ਜੇਕਰ ਅੱਗੇ ਵੀ ਤੁਸੀਂ ਜਾਣਾ ਚਾਹੁੰਦੇ ਹੋ, ਯੂਨੀਵਰਸਿਟੀ ਵੱਲੋਂ ਤੁਹਾਨੂੰ ਲੈਟਰ ਪ੍ਰੋਵਾਈਡ ਹੋਏਗੀ, ਤੁਸੀਂ ਉਸ ਬੇਸ ਦੇ ਉੱਤੇ ਕਿਸੇ ਵੀ ਦੇਸ਼ ਦਾ ਵੀਜ਼ਾ ਲੈ ਸਕਦੇ ਜੀ। ਸੋ ਇੱਕ ਅਹਿਮ ਹੋਰ ਸੂਚਨਾ ਕਿ ਜੇਕਰ ਤੁਸੀਂ ਅੱਗੇ ਟਰੈਵਲ ਨਹੀਂ ਵੀ ਕਰਨਾ ਚਾਹੁੰਦੇ, ਤੁਸੀਂ ਪਹਿਲਾਂ 1 ਸਾਲ ਦੀ ਜਦੋਂ ਪੜ੍ਹਾਈ ਲੈ ਕੇ ਜਾਂਦੇ ਹੋ, ਤੁਸੀਂ ਚਾਹੁੰਦੇ ਹੋ ਕਿ ਮੈਂ ਨਹੀਂ ਇੱਥੇ ਯੂਕਰੇਨ 'ਚ ਅੱਗੇ ਪੜ੍ਹਨਾ ਹੈ, ਤੇ ਤੁਹਾਡੇ ਕੋਲ ਆਪਸ਼ਨ ਹੈਗੇ, ਤੁਸੀਂ ਆਪਣੀ ਸਟੱਡੀ ਐਕਸਟੈਂਡ ਕਰ ਸਕਦੇ ਹੋ, ਸਾਲ 2 ਸਾਲ 3 ਸਾਲ 4 ਸਾਲ ਜਿੰਨਾ ਮਰਜ਼ੀ ਤੁਸੀਂ ਉੱਥੇ ਪੜ੍ਹ ਸਕਦੇ ਹੋ। ਅੱਛਾ, ਇੱਕ ਚੀਜ਼ ਹੋਰ ਦੱਸੋ, ਬਹੁਤੇ ਕੰਸਲਟੈਂਟ ਕਹਿੰਦੇ ਕਿ ਯੂਕਰੇਨ ਕਾਲਜ 'ਚ ਐਡਮਿਸ਼ਨ ਲੈ ਲਓ, ਤੁਸੀਂ ਕਾਲਜਾਂ 'ਚ ਐਡਮਿਸ਼ਨ ਕਰਾਉਂਦੇ ਹੋ ਜਾਂ ਯੂਨੀਵਰਸਿਟੀਆਂ 'ਚ ਐਡਮਿਸ਼ਨ ਕਰਾਉਂਦੇ ਹੋ? ਜੇ ਯੂਨੀਵਰਸਿਟੀ 'ਚ ਕਰਾਉਂਦੇ ਹੋ ਤੇ ਫਰਕ ਕੀ ਹੈ ਕਾਲਜਾਂ ਯੂਨੀਵਰਸਿਟੀਆਂ ਦੇ? ਦੇਖੋ, ਕਾਲਜ ਔਰ ਯੂਨੀਵਰਸਿਟੀ ਦੇ ਵਿੱਚ ਬੜਾ ਫਰਕ ਹੈ। ਕਈ ਕਾਲਜ ਜਿਹੜੇ ਪ੍ਰਾਈਵੇਟ ਪ੍ਰਮੋਟ ਕਰ ਰਹੇ ਨੇ, ਅਸੀਂ ਕੀ ਚਾਹੁੰਦੇ ਕਿ ਬੱਚੇ ਦੀ ਸੇਫਟੀ ਹੋਵੇ। ਸਰਕਾਰੀ ਯੂਨੀਵਰਸਿਟੀ ਦੇ ਵਿੱਚ ਕਦੀ ਵੀ ਬੱਚੇ ਨਾਲ ਕੁਝ ਗਲਤ ਨਹੀਂ ਹੋਏਗਾ। ਦੂਸਰਾ, ਜਦੋਂ ਗਵਰਨਮੈਂਟ ਯੂਨੀਵਰਸਿਟੀ ਦੇ ਵਿੱਚ ਜਾਵਾਂਗੇ, ਬੱਚੇ ਦੀ ਫੀਸ ਜਿਹੜੀ ਉਹ ਸੇਫ ਹੋਏਗੀ। ਸੋ ਫੀਸ ਇੱਥੇ ਗੱਲ ਕਰੀਏ ਤੇ ਫੀਸ ਜਦੋਂ ਬੱਚੇ ਦਾ ਵੀਜ਼ਾ ਆ ਜਾਂਦਾ ਉਦੋਂ ਹੀ ਪੇ ਕਰਨੀ, ਪਹਿਲਾਂ ਕੋਈ ਪੈਸਾ ਹੀ ਨਹੀਂ ਪੇ ਕਰਨਾ। ਸੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ। ਜਿੰਨੇ ਹੁਣ ਤੱਕ ਅਸੀਂ ਬੱਚਿਆਂ ਦੇ ਵੀਜ਼ੇ ਲਏ, ਸਾਰੇ ਹੀ ਬਹੁਤ ਖੁਸ਼ ਹੈਗੇ, ਕਿਉਂਕਿ ਅੱਜ ਘੱਟ ਪੈਸਿਆਂ ਦੇ ਵਿੱਚ ਤੁਸੀਂ ਚੰਗੇ ਮੁਲਕ ਦੇ ਵਿੱਚ ਨਹੀਂ ਜਾ ਸਕਦੇ। ਸਿੰਗਾਪੁਰ ਦੀ ਗੱਲ ਕਰ ਲਈਏ ਤਾਂ ਉੱਥੇ ਵੀ 4.5 ਲੱਖ ਰੁਪਈਆ ਖਰਚਾ ਹੁੰਦਾ ਹੈਗਾ। ਸਭ ਤੋਂ ਵੱਡੀ ਗੱਲ, ਸਾਲ ਬਾਅਦ ਵਾਪਸ ਆਉਣਾ ਪੈਂਦਾ। ਹਾਂਜੀ, ਸਾਲ ਬਾਅਦ ਵਾਪਸ ਆਉਣਾ ਪੈਂਦਾ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਅੰਮ੍ਰਿਤਸਰ ਤੇ ਜਲੰਧਰ ਆਫਿਸ ਵਿਜ਼ਿਟ ਕਰ ਸਕਦੇ ਹੋ। 92 172 4 11 11 ਨੰਬਰ ਤੇ ਸੰਪਰਕ ਕਰਕੇ। ਸੋ ਫਿਲਹਾਲ ਜਾ ਚਾਹੁੰਦੇ ਹਾਂ, JP ਸਿੰਘ ਜੀ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ।